ਸਾਡੇ ਨਾਲ ਅਨਿਲ ਸਰੀਨ ਸਾਹਿਬ ਜੁੜ ਰਹੇ ਨੇ, ਭਾਰਤੀ ਜਨਤਾ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ। ਸਰੀਨ ਸਾਹਿਬ ਬਹੁਤ ਬਹੁਤ ਸਵਾਗਤ ਹੈ ਸਾਡੇ ਨਾਲ। ਮੈਂ ਸਰੀਨ ਸਾਹਿਬ ਦਾ ਰੁਖ ਕਰਦਾ। ਸਰੀਨ ਸਾਹਿਬ, ਬੀਜੇਪੀ ਦੇ ਸਪੋਕਸਪਰਸਨ ਤੁਸੀਂ ਹੋ ਤੇ ਆਮ ਆਦਮੀ ਪਾਰਟੀ ਨੂੰ ਲੱਗਦਾ ਹੈ ਕਿ ਬੀਜੇਪੀ ਦੇ ਸਪੋਕਸਪਰਸਨ ਦੇ ਤੌਰ ਦੇ ਉੱਤੇ ਗਵਰਨਰ ਸਾਹਿਬ ਕੰਮ ਕਰ ਰਹੇ ਨੇ। ਕਹਿੰਦੇ ਜੇਕਰ ਇਨਵੈਲਿਡ ਹੈ ਜਾਂ ਫਿਰ ਜੇਕਰ ਤੁਹਾਨੂੰ ਗੈਰ ਸੰਵਿਧਾਨਿਕ ਲੱਗਦਾ ਤਾਂ ਵਾਟ ਨੈਕਸਟ, ਕੀ ਕਰਨ ਜਾ ਰਹੇ ਹੋ ਤੁਸੀਂ? नहीं गौरव जी, पहले तो मानयोग गवर्नर साहब वास्ते एहो जी भाषा का इस्तेमाल करना बहुत ही निंदनीय है। लेकिन मैं उम्मीद भी नहीं करता आम आदमी पार्टी को, क्योंकि इन्होंने जो मुख्यमंत्री की भाषा इस तरह की हैगी है तो इन्हों को भी मैं बेचारियों को की उम्मीद करा। जो लाइन पार्टी की हैगी है कि सारे संविधान जिहड़ा संविधान हैगा उन्होंने छिक्के टंग दिओ, जो कानून हैगा उन्होंने छिक्के टंग दिओ, जो सुप्रीम कोर्ट का ऑर्डर है उन्होंने छिक्के टंग दिओ, और जो केजरीवाल कहे वो सही। ਇਹ ਠੀਕ ਕਹਿ ਰਹੇ ਨੇ ਦਿੱਲੀ ਤੋਂ ਚਿੱਠੀ ਆ ਰਹੀ, ਕਿਉਂਕਿ ਇਹਨਾਂ ਕੋਲ ਹਰ ਕੰਮ ਵਾਸਤੇ ਦਿੱਲੀ ਤੋਂ ਚਿੱਠੀ ਆਉਂਦੀ ਹੈ। ਇਸ ਕਰਕੇ ਹਰ ਵੇਲੇ ਸੁੱਤੇ ਪਏ ਜਾਗਦੇ ਪਏ ਹਰ ਗੱਲ ਕਰਨ ਵੇਲੇ ਇਹਨਾਂ ਨੂੰ ਦਿੱਲੀ ਦੀ ਯਾਦ ਆਉਂਦੀ ਹੈ, ਕਿਉਂਕਿ ਇਹਨਾਂ ਦੇ ਹਰ ਕੰਮ ਜਿਹੜਾ ਹੈਗਾ ਵਾ ਉਹ ਦਿੱਲੀ ਤੋਂ, ਜਦ ਤੱਕ ਕੇਜਰੀਵਾਲ ਜੀ ਦਾ ਮੈਸੇਜ ਨਾ ਆਵੇ ਵਿਚਾਰੇ ਤੇ ਕੁਰਸੀ ਤੇ ਵੀ ਨਹੀਂ ਬਹਿ ਸਕਦੇ ਤੇ ਕੁਰਸੀ ਤੋਂ ਉੱਠ ਵੀ ਨਹੀਂ ਸਕਦੇ। ਆਈ ਕੈਨ ਅੰਡਰਸਟੈਂਡ देयर ਪੋਜੀਸ਼ਨ। ਦਿਸ ਇਜ਼ ਵੈਰੀ ਅਨਫੋਰਚੂਨੇਟ ਫॉर द ਸਟੇਟ। ਪੰਜਾਬ ਨੇ ਇੱਕ ਬੜੀ ਉਮੀਦਾਂ ਦੇ ਨਾਲ और इन्हों ने वादा कि असं रिवायती पार्टी का बदल लैके आवांगे और एक ऐसा शासन देंगे जो जनता का शासन होएगा, लोगों वास्ते होएगा। लेकिन बड़े दुख नाल कहना पैंदा कि इस 1.5 साल दे विच इन्होंने स्टूडियो की आवाज आ रही मैनू, लेकिन ਸਰੀਨ ਸਾਹਿਬ ਗੱਲ ਕੰਪਲੀਟ ਕਰ ਸਕਦੇ ਹੋ ਤੁਸੀਂ? ਸਰ ਤੁਹਾਡੇ ਸਟੂਡੀਓ ਦੀ ਆਵਾਜ਼ ਆ ਰਹੀ ਮੈਨੂੰ। ਗੌਰਵ ਜੀ ਤੁਹਾਡੇ ਬਹੁਤ ਜ਼ਿਆਦਾ ਡਿਸਟਰਬੈਂਸ ਆ ਰਹੀ ਹੈ, ਸਟੂਡੀਓ ਦੀ ਆਵਾਜ਼ ਸਾਨੂੰ ਆ ਰਹੀ ਹੈ, ਦਰਸ਼ਕਾਂ ਤੱਕ ਵੀ ਪਹੁੰਚ ਰਹੀ ਹੋਈ। ਹਾਂ ਗੌਰਵ ਜੀ, ਲੋਕਾਂ ਨੇ ਬੜੀ ਆਸਾਂ ਦੇ ਨਾਲ ਇਹਨਾਂ ਨੂੰ 92 ਵਿਧਾਇਕ ਚੁਣ ਕੇ ਦਿੱਤੇ ਜੀ, ਲੇਕਿਨ ਇਹ 1.5 ਸਾਲ ਦੇ ਵਿੱਚ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ। ਔਰ ਅੱਜ ਵੀ ਆਪਾਂ ਕੀ ਡਿਸਕਸ ਕਰ ਰਹੇ ਹਾਂ? ਪੰਜਾਬ 'ਚ ਸਾਰੇ ਪਾਸੇ ਤਬਾਹੀ ਮਚੀ ਹੋਈ ਹੈ, ਫਲੱਡ ਆਏ ਹੋਏ ਨੇ, ਲੇਕਿਨ ਅਸੀਂ ਡਿਸਕਸ ਕਰ ਰਹੇ ਹਾਂ ਗਵਰਨਰ ਸਾਹਿਬ ਵਰਸਸ ਭਗਵੰਤ ਮਾਨ। ਉਹ ਇਹਨਾਂ ਦੀ ਨੀਤੀ ਹੈਗੀ ਹੈ ਕਿ ਵੀ ਅਸਲ ਮੁੱਦਿਆਂ ਤੋਂ ਧਿਆਨ ਟਿਕਾ ਕੇ ਕਿਸੇ ਨਾ ਕਿਸੇ ਕੋਈ ਰੇੜਕਾ ਪਾ ਕੇ ਰੱਖੋ। ਹੁਣ ਅੱਜ ਦੀ ਚਿੱਠੀ ਦੀ ਆਪਾਂ ਗੱਲ ਕਰ ਲਈ, ਜਿਹੜੀ ਅੱਜ ਚਿੱਠੀ ਗਵਰਨਰ ਸਾਹਿਬ ਨੇ ਲਿਖੀ ਹੈ ਜੀ। ਗਵਰਨਰ ਸਾਹਿਬ ਨੇ, ਤੁਹਾਨੂੰ ਯਾਦ ਹੋਏਗਾ ਕਿ ਜਦੋਂ ਇਸ ਸੈਸ਼ਨ ਦੀ ਵੀ ਗੱਲ ਆਈ ਸੀ, ਗਵਰਨਰ ਸਾਹਿਬ ਨੇ ਉਦੋਂ ਵੀ ਕਿਹਾ ਸੀ ਕਿ ਦਿਸ ਸੈਸ਼ਨ ਇਜ਼ ਅਨਕਨਸਟੀਟਿਊਸ਼ਨਲ। ਔਰ ਮੋਰ ਓਵਰ ਸਪੈਸ਼ਲ ਸੈਸ਼ਨ ਗੌਰਵ ਜੀ ਉਦੋਂ ਹੀ ਬੁਲਾਇਆ ਜਾਂਦਾ ਜਦੋਂ ਸਟੇਟ ਦੇ ਵਿੱਚ ਕੋਈ ਬਹੁਤ ਵੱਡੀ ਐਮਰਜੈਂਸੀ ਹੋਵੇ ਜਾਂ ਬਹੁਤ ਵੱਡੇ ਐਸਾ ਇਸ਼ੂ ਡਿਸਕਸ ਕਰਨ ਵਾਲਾ ਹੋਵੇ ਕਿ ਉਹਦੇ ਬਿਨਾਂ ਗੁਜ਼ਾਰਾ ਨਹੀਂ ਹੋ ਰਿਹਾ। मतलब और अपन चार बिल देखे, अपन चार बिल देखे। मैं बिल ਦੇ ਉੱਤੇ ਆਉਂਗਾ ਸਰ। ਦੇਖੋ ਪਤਾ ਕੀ ਗੱਲ ਹੈ ਕਿ ਆਪਾਂ ਇਸ ਪੂਰੇ ਟੌਪਿਕ ਦੇ ਉੱਤੇ ਬਹੁਤ ਵਾਰੀ ਇਸ ਤੋਂ ਪਹਿਲਾਂ ਵੀ ਪੋਲੀਟੀਕਲ ਤੌਰ ਦੇ ਉੱਤੇ ਡਿਬੇਟ ਕਰ ਚੁੱਕੇ ਹਾਂ। ਗਵਰਨਰ ਸਾਹਿਬ ਨੇ 167 ਦਾ ਜ਼ਿਕਰ ਕੀਤਾ ਹੈ ਸੰਵਿਧਾਨ ਦੇ ਅਨੁਛੇਦ ਦਾ, ਤੇ ਉਹਨਾਂ ਨੇ ਲਿਖਿਆ ਕਿ ਜ਼ਰੂਰੀ ਹੁੰਦਾ ਹੈ ਕਿ ਜੋ ਮੈਂ ਜਾਣਕਾਰੀ ਮੰਗਾ ਤੁਸੀਂ ਦਵੋ, ਮਤਲਬ ਗਵਰਨਰ ਨੂੰ ਜਾਣਕਾਰੀ ਦੇਣੀ ਪਵੇਗੀ ਸਰਕਾਰ ਨੂੰ। ਉਹਨਾਂ ਨੇ 167 ਦਾ ਜ਼ਿਕਰ ਕਰ ਦਿੱਤਾ, ਪਰ ਜ਼ਿਕਰ ਉਹ ਨਹੀਂ ਕੀਤਾ ਕਿ ਕਿਹੜੇ ਕਲੌਜ਼ ਦੇ ਤਹਿਤ ਤੁਸੀਂ ਜਿਹੜਾ ਸੈਸ਼ਨ ਹੈ ਉਸ ਨੂੰ ਗੈਰ ਕਾਨੂੰਨੀ ਕਹਿ ਰਹੇ ਹੋ। ਮੈਂ ਦੱਸਦਾ ਗੌਰਵ ਜੀ ਕੀ ਹੈ ਕਿ ਜਦੋਂ ਬਜਟ ਸੈਸ਼ਨ ਜਿਹੜਾ ਸੀਗਾ ਖਤਮ ਹੋ ਗਿਆ ਜੀ, ਗੌਰਵ ਜੀ ਇਹੀ ਮੈਂ ਗੱਲ ਕਹਿ ਰਿਹਾ ਹਾਂ ਕਿ ਦੇਖੋ ਇੱਕ ਚੀਜ਼ ਸਾਨੂੰ ਸਮਝ ਨਹੀਂ ਪਏਗੀ। ਔਨ ਦੀ ਰਿਕਮੈਂਡੇਸ਼ਨ ਆਫ ਦਾ ਕੈਬਨਿਟ ਗਵਰਨਰ ਹੈਜ਼ ਟੂ ਸਮਨ ਦੀ ਹਾਊਸ। ऐसे कोई दो राय नहीं कोई है नहीं गा। और इवन सुप्रीम कोर्ट ਦੇ ਵਿੱਚ ਜਦੋਂ ਪਿਛਲੀ ਵਾਰੀ ਗਏ ਸੁਪਰੀਮ ਕੋਰਟ ਨੇ ਬੜਾ ਕਲੀਅਰ ਕੀਤਾ। ਲੇਕਿਨ ਸਵਾਲ ਇਹ ਹੈ ਕਿ ਸੰਵਿਧਾਨ ਨੂੰ ਮੰਨੂ ਕੌਣ? ਸੁਪਰੀਮ ਕੋਰਟ ਨੂੰ ਮੰਨੂ ਕੌਣ? ਉੱਥੇ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਸੀਗਾ, ਜਿੱਥੇ ਗਵਰਨਰ ਸਾਹਿਬ ਨੂੰ ਕਿਹਾ ਸੀ ਕਿ ਐਂਡ ਐਡਵਾਈਸ ਵਾਸ ਕੈਬਨਿਟ ਦੇ ਤੁਸੀਂ ਮੀਟਿੰਗ ਬੁਲਾ ਲਓ। ਜਿਹਨੇ ਐਸ ਵੇਲੇ ਕਿਹੜੀ ਉਹਨਾਂ ਨੂੰ ਏਡ ਐਂਡ ਐਡਵਾਈਸ ਕੀਤੀ? ਇਸ ਸੈਸ਼ਨ ਵਾਸਤੇ ਕੋਈ ਏਡ ਐਂਡ ਐਡਵਾਈਸ ਨਹੀਂ ਕੀਤੀ। ਉਹ ਕਨਸਟੀਟਿਊਸ਼ਨ ਕਿੱਥੇ ਲਾਗੂ ਹੋ ਗਿਆ? ਨੰਬਰ 2, ਜਿਹੜੀ ਸੁਪਰੀਮ ਕੋਰਟ ਗਏ ਸਨ ਉੱਥੇ ਸੁਪਰੀਮ ਕੋਰਟ ਨੇ ਡਾਇਰੈਕਸ਼ਨਸ ਦਿੱਤੀਆਂ, ਆਰਡਰਸ ਪਾਸ ਕੀਤਾ ਜੀ that under 167 you are supposed, not only supposed, you have to supply the information whatever is sought by the governor। ਅੱਜ ਤੱਕ ਉਹ ਕਿਉਂ ਨਹੀਂ ਇਨਫੋਰਮੇਸ਼ਨਸ ਦਿੱਤੀਆਂ? ਗਵਰਨਰ ਸਾਹਿਬ ਨੇ ਚਿੱਠੀ 'ਚ ਵੀ ਕਿਹਾ ਹੈ। ਠੀਕ ਹੈ, ਮੈਂ ਜਵਾਬ ਦਿਓ, ਕੋਈ ਗੱਲ ਨਹੀਂ, ਥੋੜਾ ਇੱਕ ਵਾਰੀ ਵੇਟ ਕਰ ਲਿਓ। ਸਰੀਨ ਸਾਹਿਬ ਬਹੁਤ ਛੋਟਾ ਜਵਾਬ ਰੱਖਿਓ ਪਲੀਜ਼। ਹਾਂ, ਜਿਹੜਾ ਇਹ ਸਪੈਸ਼ਲ ਸੈਸ਼ਨ ਬੁਲਾਇਆ ਸੀਗਾ ਜੀ, ਇਸ ਬੁਲਾਉਣ ਵਾਸਤੇ ਕੈਬਨਿਟ ਦੀ ਰਿਕਮੈਂਡੇਸ਼ਨ ਗਵਰਨਰ ਸਾਹਿਬ ਕੋਲ ਕਦੋਂ ਭੇਜੀ? ਜਿਹੜੇ ਤੁਸੀਂ ਗਵਰਨਰ ਸਾਹਿਬ ਤੇ ਕਹਿ ਰਹੇ ਹੋ ਕਿ ਉਹਨਾਂ ਨੂੰ ਬੁਲਾਉਣਾ ਚਾਹੀਦਾ ਸੀਗਾ। ਯੂ ਹੈਵ ਨੈਵਰ ਸੈਂਟ ਐਨੀ ਰਿਕੁਐਸਟ ਫॉर ਸਮਨਿੰਗ ਆਫ ਦ ਹਾਊਸ। ਤੁਸੀਂ ਇਹ ਕਹਿੰਦੇ ਹੋ ਕਿ ਅਸੀਂ ਪਿਛਲੇ ਨੂੰ ਐਕਸਟੈਂਡ ਕਰ ਰਹੇ ਹਾਂ, ਤੁਸੀਂ ਆਪਣੇ ਆਪ ਨੂੰ ਕੰਟਰਡਿਕਟ ਕਰਦੇ ਪਏ ਹੋ। ਜੀ
ਤੁਸੀਂ ਇਹ ਦੱਸੋ ਕਿਹੜੀ ਚਿੱਠੀ ਭੇਜੀ ਗਵਰਨਰ ਸਾਹਿਬ ਨੂੰ ਕਿ ਅਸੀਂ ਸੈਸ਼ਨ ਬੁਲਾਉਣਾ ਚਾਹੁੰਦੇ ਆ? ਤੁਸੀਂ ਚਿੱਠੀ ਭੇਜੀ ਕੋਈ ਨਹੀਂ। ਤੁਸੀਂ ਇਹ ਕਿਹਾ ਕਿ ਅਸੀਂ ਪਿਛਲੇ ਸੈਸ਼ਨ ਨੂੰ ਐਕਸਟੈਂਡਡ ਸੈਸ਼ਨ ਕਰ ਰਹੇ ਆ। ਠੀਕ ਹੈ, ਹੁਣ ਤੁਸੀਂ ਕਹਿੰਦੇ ਚਿੱਠੀ ਭੇਜੀ ਗਵਰਨਰ ਨੂੰ ਬੁਲਾਉਣਾ ਪਏਗਾ। ਬਈ ਚਿੱਠੀ ਭੇਜੀ ਕਿਹੜੀ ਇਹ ਤੇ ਦੱਸ ਦਿਓ। ਚਿੱਠੀ ਕਿਹੜੀ ਭੇਜੀ ਐ ਸਪੈਸ਼ਲ ਸੈਸ਼ਨ ਬਣਾਉਣ ਦੀ? ਚਲੋ ਇੱਕ ਵਾਰੀ ਸਰੀਨ ਸਾਹਿਬ ਦੇਖੋ ਕੰਟੀਨਿਊਟੀ ਸੀ, ਦੇਖੋ ਕੰਟੀਨਿਊਟੀ ਸੀ। ਮੈਂ ਉਹੀ ਕਹਿ ਰਿਹਾ ਕਿ ਉਸ ਦੇ ਉੱਪਰ ਤੁਸੀਂ ਰਿਐਕਟ ਕਰ ਦਿਓ। ਜੀ ਸਰੀਨ ਸਾਹਿਬ। ਸਿੰਗਰ ਸਾਹਿਬ ਮੈਂ ਤੁਹਾਡੇ ਵਿੱਚ ਨਹੀਂ ਬੋਲਿਆ, ਤੁਸੀਂ ਬੋਲੇ। ਹੁਣ ਮੈਂ ਉਮੀਦ ਕਰਦਾ ਕਿ ਤੁਸੀਂ ਵਿੱਚ ਡਿਸਟਰਬ ਨਹੀਂ ਕਰੋਗੇ। ਮੇਰੀ ਬੇਨਤੀ ਮੰਨ ਲਓ। ਗੌਰਵ ਜੀ ਇੱਕ ਪਾਸੇ ਇਸ ਆਰਟੀਕਲ 174 ਦੀ ਗੱਲ ਕਰ ਰਹੇ ਨੇ ਸੰਘੇੜਾ ਸਾਹਿਬ ਕਿ ਵੀ ਜੇ ਗਵਰਨਰ ਸਾਹਿਬ ਨੂੰ ਤੇ ਸੈਸ਼ਨ ਸੱਦਣਾ ਹੀ ਪਊਗਾ। ਮੇਰਾ ਫਿਰ ਉਹੀ ਪ੍ਰਸ਼ਨ ਹੈ ਕਿ ਤੁਸੀਂ ਇਸ ਸਪੈਸ਼ਲ ਸੈਸ਼ਨ ਨੂੰ ਸੱਦਣ ਵਾਸਤੇ ਗਵਰਨਰ ਸਾਹਿਬ ਨੂੰ ਚਿੱਠੀ ਲਿਖੀ ਕਦੋਂ? ਉਹ ਨਹੀਂ ਲਿਖੀ। ਤੁਸੀਂ ਜਿਹੜਾ ਹੈਗਾ ਵੈ ਪਹਿਲਾਂ ਗਵਰਨਰ ਸਾਹਿਬ ਨੂੰ ਵਰਬਲੀ ਕਿਹਾ ਜੇ ਅਸੀਂ ਸੈਸ਼ਨ ਬੁਲਾਣਾ ਹੈ, ਸਪੈਸ਼ਲ ਸੈਸ਼ਨ ਬੁਲਾਣਾ ਹੈ ਜੀ। ਜਦੋਂ ਵਿਸ਼ਾ ਆਇਆ ਫਿਰ ਮੁੜ ਕੇ ਦੇਖਿਆ ਕਿ ਅਸੀਂ ਸਪੈਸ਼ਲ ਸੈਸ਼ਨ ਨਹੀਂ ਬੁਲਾ ਸਕਦੇ, ਤੁਸੀਂ ਕਿਹਾ ਜੀ ਉਹ ਕੰਟੀਨਿਊਟੀ ਕਰ ਰਹੇ ਆ। ਤੁਸੀਂ ਜਿਹੜੀ ਲਾਸਟ ਜਦੋਂ ਸੈਸ਼ਨ ਉੱਠਿਆ, ਤੁਸੀਂ ਸਿੰਗਰ ਸਾਹਿਬ ਆਪ ਅਫਸਰ ਰਹੇ ਹੋ, ਬੜੇ ਸਿਆਣੇ ਹੋ, ਉਦੋਂ ਸਪੀਕਰ ਸਾਹਿਬ ਨੇ ਕੀ ਕਹਿ ਕੇ ਉਠਾਇਆ ਸੀ? ਜਰਾ ਇਹ ਜਾ ਕੇ ਆਪਣੇ ਰਿਕਾਰਡ ਚੋਂ ਚੈੱਕ ਕਰ ਲਓ। ਲਾਸਟ ਡੇ ਆਫ ਸੈਸ਼ਨ ਜਦੋਂ ਆਪਾਂ ਖਤਮ ਕਰਦੇ ਆ ਕੀ ਸ਼ਬਦ ਇਸਤੇਮਾਲ ਕਰਕੇ ਕੀਤਾ ਸੀਗਾ? ਵਾਲਾ ਸੈਸ਼ਨ ਸਰ 20 ਜੂਨ ਨੂੰ ਜਾਂ ਬਜਟ ਸੈਸ਼ਨ ਜਦੋਂ ਖਤਮ ਕੀਤਾ ਗਿਆ, ਠੀਕ ਹੈ, ਕਿਆ ਉਸ ਵੇਲੇ ਉਹਨਾਂ ਨੇ ਅਡਜਰਨ ਕੀਤਾ ਸੀ? ਬਿਕੋਜ਼ ਸੈਸ਼ਨ ਕੈਨ ਕੰਟੀਨਿਊ ਇਫ ਵਨ ਇਟ ਇਜ਼ ਅਡਜਰਨਡ। He has never used the term adjourn. ਆਪਾਂ ਦੇਖਦੇ ਨਾ ਰੋਜ਼ ਅਡਜਰਨ ਕਰਤਾ ਜੀ, ਕੱਲ ਤੱਕ ਕਰਤਾ ਅਡਜਰਨ, ਪਰਸੋਂ ਤੱਕ ਕਰਤਾ ਜੀ, ਇਹਨੇ ਤੇ ਕਰਤਾ। ਜਦੋਂ ਪਿਛਲਾ ਸੈਸ਼ਨ ਬਜਟ ਸੈਸ਼ਨ ਉਠਾਇਆ ਗਿਆ, ਕਿਆ ਉਸ ਨੂੰ ਉਠਾਉਣ ਵੇਲੇ ਤੁਹਾਡੇ ਸਪੀਕਰ ਸਾਹਿਬ ਨੇ, ਮਾਨਯੋਗ ਸਪੀਕਰ ਸਾਹਿਬ ਨੇ ਉਸ ਤੇ ਉੱਤੇ ਵਰਡ ਅਡਜਰਨ ਬੋਲਿਆ ਸੀ? ਉਹ ਰਿਕਾਰਡ 'ਚ ਹੈਗਾ। ਜੇ ਅਡਜਰਨ ਨਹੀਂ ਬੋਲਿਆ ਤਾਂ ਕੀ ਬੋਲਿਆ ਸੀ ਸਰੀਨ ਸਾਹਿਬ, ਜੇ ਤੁਹਾਨੂੰ ਯਾਦ ਹੋਵੇ? ਮੈਂ ਕਿਹਾ ਸਰ, ਮੈਂ ਤੇ ਇਹ ਕਹਿ ਰਿਹਾ ਨਾ, ਰਿਕਾਰਡ ਇਹਨਾਂ ਕੋਲ ਹੈਗਾ, ਰਿਕਾਰਡ ਪੇਸ਼ ਕਰ ਦੇਣ ਕਿ ਉੱਥੇ ਕੀ ਬੋਲਿਆ ਸੀ। ਕੀ ਬੋਲੇ ਨਾ ਸਰ, ਦੇਖੋ ਗੱਲ ਇਹ ਹੈ ਕਿ ਆਮ ਤੌਰ ਤੇ ਸੈਸ਼ਨ ਦੇ ਆਖਰੀ ਦਿਨ ਕੀ ਬੋਲਿਆ ਜਾਂਦਾ ਹੈ? ਬੋਲਿਆ ਜਾਂਦਾ ਹੈ ਸੈਸ਼ਨ ਸਿਨੇਡਾਏ। ਉਸ ਦਾ ਮਤਲਬ ਹੁੰਦਾ ਹੈ ਕਿ ਸੈਸ਼ਨ ਅਣਮਿੱਥੇ ਸਮੇਂ ਦੇ ਲਈ ਮੁਲਤਵੀ। ਸੈਸ਼ਨ ਖਤਮ ਨਹੀਂ ਹੋਇਆ, ਨਹੀਂ ਕਿਹਾ ਜਾਂਦਾ। ਇਹ ਹੀ ਕਿਹਾ ਜਾਂਦਾ ਚਾਹੇ ਪਾਰਲੀਮੈਂਟ ਦਾ ਹੋਵੇ ਚਾਹੇ ਵਿਧਾਨ ਸਭਾ ਦਾ ਹੋਵੇ ਕਿ ਸੈਸ਼ਨ ਅਣਮਿੱਥੇ ਸਮੇਂ ਦੇ ਲਈ ਮੁਲਤਵੀ। ਮੁਲਤਵੀ ਮਤਲਬ ਐਡਜਰਨ ਜਾਂ ਸਸਪੈਂਡ। ਨਹੀਂ, ਫਰਕ ਹੁੰਦਾ ਹੈ। There is a difference between adjourning the house, ਜਿਹੜਾ ਹਾਊਸ ਐਡਜਰਨ ਕੀਤਾ ਜਾਂਦਾ ਹੈ ਉਹਨੂੰ ਤੁਸੀਂ ਜਦੋਂ ਮਰਜ਼ੀ ਬੁਲਾ ਸਕਦੇ ਹੋ। ਆਪਾਂ ਵੀ ਕਹਿੰਦੇ ਨਾ ਮੀਟਿੰਗ ਐਡਜਰਨ ਕਰਤੀ ਯਾਰ, ਕੱਲ ਦੁਬਾਰਾ ਬੁਲਾ ਲਾਂਗੇ ਆਪਾਂ, ਠੀਕ ਹੈ ਨਾ। Here the governor has never used the term adjourn. ਉੱਥੇ ਸੈਸ਼ਨ ਖਤਮ ਹੋਇਆ ਜੀ। ਇਹ ਜਾ ਕੇ ਆਪਣੇ ਗਵਰਨਰ ਸਾਹਿਬ ਦੀ ਭਾਸ਼ਾ ਨੂੰ ਉੱਤੇ ਰਿਕਾਰਡ ਤੇ ਚੈੱਕ ਕਰ ਲੈਣ। ਮੇਰਾ ਚੈਲੰਜ ਹੈ ਇਹਨਾਂ ਨੂੰ। ਨਹੀਂ ਫਿਰ ਕੀ ਬੋਲਿਆ? ਮੈਂ ਤਾਂ ਉਹੀ ਕਹਿ ਰਿਹਾ, ਉਹਨਾਂ ਨੇ ਇਹੀ ਬੋਲਿਆ ਹੋਏਗਾ ਸਿਨੇਡਾਈ। ਖਤਮ ਹੋ ਗਿਆ ਇਹ ਬਾਅਦ ਚ। ਤੁਸੀਂ ਰਾਈਟਿੰਗ ਚ ਗਵਰਨਰ ਨੇ ਜਿਹੜਾ ਸਪੀਕਰ ਨੇ ਰਾਈਟਿੰਗ ਚ ਕਰਨਾ, ਜੋ ਨੇ ਰਾਈਟਿੰਗ ਚ ਨਹੀਂ ਕੀਤਾ, ਹੂ ਇਜ਼ ਰਿਸਪੌਂਸਿਬਲ ਫॉर दैट ਜੀ। ਇਹ ਰਿਕਾਰਡ ਇਹਨਾਂ ਕੋਲ, ਦੇਖੋ ਮੇਰੇ ਕੋਲ ਰਿਕਾਰਡ ਤਾਂ ਹੈ ਨਹੀਂਗਾ। ਯੂ ਸ਼ੁਡ ਪ੍ਰੋਡਿਊਸ ਦ ਰਿਕਾਰਡ ਕਿ ਸਪੀਕਰ ਨੇ ਉਸ ਸੱਤਰ ਨੂੰ ਉਠਾਉਣ ਵੇਲੇ ਕਿਹੜੇ ਸ਼ਬਦ ਦਾ ਇਸਤੇਮਾਲ ਕੀਤਾ ਸੀ। ਠੀਕ ਹੈ, ਵੈਲਿਡ ਪੁਆਇੰਟ ਹੈ ਕਿ ਜੇ ਤੁਹਾਨੂੰ ਲੱਗਦਾ ਕਿ ਐਡਜਰਨ ਨਹੀਂ ਬੋਲਿਆ ਗਿਆ ਤਾਂ ਫਿਰ ਤੁਸੀਂ ਉਸ ਨੂੰ ਕੰਟੀਨਿਊਟੀ ਨਹੀਂ ਦਿਖਾ ਸਕਦੇ। ਤੁਸੀਂ ਇਹ ਤਰਕ ਦੇ ਰਹੇ ਹੋ। ਨੰਬਰ 2 ਸਿੰਗਰ ਸਾਹਿਬ, ਤੁਸੀਂ ਸੰਵਿਧਾਨ ਦੀਆਂ ਗੱਲਾਂ ਕਰਦੇ ਹੋ। ਆਰਟੀਕਲ 174 ਤੇ ਤੁਹਾਨੂੰ ਬੜਾ ਯਾਦ ਹੈਗਾ, ਆਰਟੀਕਲ 167 ਵੀ ਹੈਗਾ। ਜੇ ਕਹਿੰਦੇ ਹੋ, ਮੈਂ ਫੇਰ ਤੁਹਾਨੂੰ ਜਾਣਕਾਰੀ 2 ਅੱਖਰ ਪੜ੍ਹ ਦਿੰਦਾ ਉਹਦੇ ਚੋਂ। ਟੂ ਡਿਊਟੀਜ਼ ਆਫ ਦ ਚੀਫ ਮਿਨਿਸਟਰ ਟੂ ਫਰਨਿਸ਼ ਸਚ ਇਨਫੋਰਮੇਸ਼ਨ ਰਿਲੇਟਿੰਗ ਟੂ ਦ ਐਡਮਿਨਿਸਟ੍ਰੇਸ਼ਨ ਆਫ ਦ ਅਫੇਅਰਸ ਆਫ ਦ ਸਟੇਟ, ਪ੍ਰਪੋਜ਼ਲਸ ਫॉर ਰਜਿਸਟ੍ਰੇਸ਼ਨ ਐਜ਼ ਦ ਗਵਰਨਰ ਮੇ ਕਾਲ ਫॉर। ਤੁਹਾਡੇ ਕੋਲ 10 ਮਹੀਨਿਆਂ ਦੇ ਵਿੱਚ ਗਵਰਨਰ ਕੋਲੋਂ ਨੇ ਜੋ ਇਨਫੋਰਮੇਸ਼ਨ ਮੰਗੀ ਉਹ ਨਹੀਂ ਭੇਜੀ ਗਈ। ਕਿਉਂ? ਕਿਆ ਇਹ ਸੰਵਿਧਾਨ ਦੀਆਂ ਧੱਜੀਆਂ ਨਹੀਂ ਉਡਾ ਰਹੇ ਤੁਸੀਂ? ਕਿਆ ਇਹ ਸੁਪਰੀਮ ਕੋਰਟ ਦੇ ਆਰਡਰ ਦੀਆਂ ਧੱਜੀਆਂ ਨਹੀਂ ਉਡਾ ਰਹੇ ਤੁਸੀਂ ਜੀ? ਇੱਕ ਪਾਸੇ ਤਾਂ ਸੰਵਿਧਾਨ ਦੀ ਧੁਆਈ ਦਿਓ, ਠੀਕ ਹੈ, ਦੂਜੇ ਪਾਸੇ ਤੁਹਾਡੀ ਸਟੇਟਮੈਂਟ ਆ ਗਈ ਸਰ। ਮੈਂ ਹੁਣ ਜਵਾਬ ਲਵਾਂਗਾ ਇੱਕ ਵਾਰੀ ਇਹਨਾਂ ਮੈਂ ਇੱਕ ਜਵਾਬ ਦੇਣਾ ਕਿ ਸਿੰਗਰ ਸਾਹਿਬ ਬੜੇ ਪੜ੍ਹੇ ਲਿਖੇ ਸਿਆਣੇ ਨੇ। ਸਿੰਗਰ ਸਾਹਿਬ ਮੈਨੂੰ ਇਹ ਦੱਸੋ, ਗਵਰਨਰ ਸਾਹਿਬ ਨੂੰ ਚਿੱਠੀਆਂ ਜਿਹੜੀਆਂ ਗਵਰਨਰ ਇਨਫੋਰਮੇਸ਼ਨ ਸੀ ਕਰਦਾ ਹੈ, ਤੁਸੀਂ ਬੜੀ ਆਪੱਤੀ ਕੀਤੀ ਕਿ ਚੀਫ ਮਿਨਿਸਟਰ ਵਾਸਤੇ ਬੜੀ ਭਾਸ਼ਾ ਇਸਤੇਮਾਲ ਕੀਤੀ ਹੈ ਜੀ। ਕਿਆ ਮੁੱਖ ਮੰਤਰੀ ਗਵਰਨਰ ਦੀ ਚਿੱਠੀਆਂ ਨੂੰ ਲਵ ਲੈਟਰ ਕਵੇ ਇਹ ਸ਼ੋਭਾ ਦਿੰਦਾ ਹੈ? ਆਪਾਂ ਜਵਾਬ ਲੈ ਲੈਣੇ ਸਰ। ਇਸ ਦੇ ਉੱਤੇ ਬਹੁਤ ਗੱਲ ਹੋ ਚੁੱਕੀ ਹੈ। ਸਮਝਣਾ ਚਾਹਾਂਗੇ ਲੋਕ ਜਿਹੜੇ ਦਰਸ਼ਕ ਨੇ ਸਮਝਣਾ ਚਾਹੁੰਦੇ ਹੋਣਗੇ ਕਿ ਸੈਸ਼ਨ ਕੰਟੀਨਿਊਟੀ ਦੇ ਵਿੱਚ ਕਦੋਂ ਬੁਲਾਇਆ ਜਾ ਸਕਦਾ ਹੈ।
ਸਰੀਨ ਸਾਹਿਬ ਬੀਜੇਪੀ ਦੇ ਸਾਡੇ ਨਾਲ ਪ੍ਰਵਕਤਾ ਬੈਠੇ ਨੇ, ਉਹਨਾਂ ਦੇ ਵੱਲੋਂ ਤਰਕ ਦਿੱਤਾ ਗਿਆ ਕਿ ਜਦੋਂ ਬਜਟ ਸੈਸ਼ਨ ਖਤਮ ਹੋਇਆ ਤਾਂ ਉਸ ਸਮੇਂ ਸਪੀਕਰ ਸਾਹਿਬ ਦੇ ਵੱਲੋਂ ਐਡਜਰਨ ਨਹੀਂ ਕਿਹਾ ਗਿਆ ਸੀ ਕਿ ਸੈਸ਼ਨ ਐਡਜਰਨ ਕਰ ਰਹੇ ਹਾਂ ਅਸੀਂ, ਤਾਂ ਉਹਨਾਂ ਨੇ ਜੇ ਐਡਜਰਨ ਨਹੀਂ ਕਿਹਾ ਤਾਂ ਫਿਰ ਉਹ ਕੰਟੀਨਿਊਟੀ ਦੇ ਵਿੱਚ ਨਹੀਂ ਬੁਲਾਇਆ ਜਾ ਸਕਦਾ। ਜਿੰਨੀ ਕਿ ਮੈਂ ਨੌਲੇਜ ਰੱਖਦਾ ਕਿ ਆਮ ਤੌਰ ਤੇ ਸੈਸ਼ਨ ਦਾ ਜਿਹੜਾ ਆਖਰੀ ਦਿਨ ਹੁੰਦਾ ਜਦੋਂ ਖਤਮ ਹੁੰਦਾ ਤਾਂ ਸਪੀਕਰ ਸੈਸ਼ਨ ਨੂੰ ਸੈਨੇਡਾਈ ਕਰਦੇ ਨੇ, ਮਤਲਬ ਅਣਮਿੱਥੇ ਸਮੇਂ ਦੇ ਲਈ ਮੁਲਤਵੀ ਕਰ ਦਿੱਤਾ ਜਾਂਦਾ ਹੈ। ਕੀ ਅਣਮਿੱਥੇ ਸਮੇਂ ਦੇ ਲਈ ਮੁਲਤਵੀ ਕਰਨ ਤੋਂ ਬਾਅਦ ਕੋਈ ਕੰਟੀਨਿਊਟੀ ਨਹੀਂ ਦਿਖਾਈ ਜਾ ਸਕਦੀ? ਕੀ ਕੁਝ ਕਹਿੰਦਾ ਸਾਡਾ ਸੰਵਿਧਾਨ, ਜੇਕਰ ਤੁਸੀਂ ਚਾਨਣਾ ਪਾ ਸਕਦੇ? ਇੱਕ ਵਾਰੀ ਪਿੱਛੇ ਸਮਾਂ ਬਹੁਤ ਘੱਟ ਹੈ ਆਪਣੇ ਕੋਲ। ਸਰੀਨ ਸਾਹਿਬ। ਗੌਰਵ ਜੀ, ਸੰਘੇੜਾ ਸਾਹਿਬ ਕਹਿ ਰਹੇ ਸੀ ਕਿ ਗਵਰਨਰ ਬਾਰੇ ਬੜੇ ਆਪੱਤੀਜਨਕ ਸ਼ਬਦਾਂ ਦਾ ਇਸਤੇਮਾਲ ਕਰ ਰਹੇ ਸਨ। ਸੰਘੇੜਾ ਸਾਹਿਬ, ਜਿਵੇਂ ਮੇਰੇ ਪਹਿਲੇ ਸਾਥੀਆਂ ਨੇ ਵੀ ਕਿਹਾ, ਦੇਸ਼ ਦੇ ਵਿੱਚ ਅਲੱਗ-ਅਲੱਗ ਰਾਜ ਰਹੇ, ਰਾਜਾਂ ਦੇ ਵਿੱਚ ਅਲੱਗ ਸਰਕਾਰਾਂ ਰਹੀਆਂ, ਕੇਂਦਰ ਦੇ ਵਿੱਚ ਅਲੱਗ ਸਰਕਾਰਾਂ ਰਹੀਆਂ, ਗਵਰਨਰ ਜਾਂ ਆਪਾਂ ਕਹੀਏ ਕਿ ਨੋਮੀਨੇਟਡ ਹੋਰ ਦੇ ਹੋਏ। ਔਰ ਰੀਸੈਂਟ ਐਗਜ਼ਾਮਪਲ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਦੀ ਹੈ। ਤੁਸੀਂ ਉੜੀਸਾ 'ਚ ਦੇਖ ਲਵੋ, ਆਂਧਰਾ 'ਚ ਦੇਖ ਲਵੋ, ਤੇਲੰਗਾਨਾ 'ਚ ਦੇਖ ਲਵੋ, ਰਾਜਸਥਾਨ 'ਚ ਦੇਖ ਲਵੋ। ਤੁਸੀਂ ਕਿਹੜੀ ਸਟੇਟ 'ਚ ਦੇਖਣਾ ਚਾਹੁੰਦੇ ਹੋ? ਰੇੜਕਾ ਤੁਹਾਡਾ ਹੀ ਕਿਉਂ ਪੈਂਦਾ ਹੈਗਾ? ਉਹਦਾ ਕਾਰਨ ਹੈ ਕਿ ਤੁਸੀਂ ਨਾ ਦੇਸ਼ ਦੇ ਸੰਵਿਧਾਨ ਨੂੰ ਮੰਨਣ ਨੂੰ ਤਿਆਰ ਹੋ, ਨਾ ਦੇਸ਼ ਦੇ ਕਾਨੂੰਨ ਨੂੰ ਮੰਨਣ ਨੂੰ ਤਿਆਰ ਹੋ, ਨਾ ਸੁਪਰੀਮ ਕੋਰਟ ਨੂੰ ਮੰਨਣ ਨੂੰ ਤਿਆਰ ਹੋ, ਤੇ ਫਿਰ ਰੇੜਕਾ ਤਾਂ ਆਪੇ ਪਏਗਾ ਹੀ ਪਏਗਾ। ਔਰ ਤੁਹਾਡੀ ਪਾਲਿਸੀ, ਇੱਕ ਮਿੰਟ ਸੰਘੇੜਾ ਸਾਹਿਬ ਵਿੱਚ ਨਾ ਬੋਲੋ, ਕੰਪਲੀਟ ਕਰ ਲਓ ਸਰ, ਸਮਾਂ ਬਹੁਤ ਘੱਟ ਹੈ। ਸਰੀਨ ਸਾਹਿਬ ਕੰਪਲੀਟ ਕਰ ਲਓ, ਸਮਾਂ ਪਿੱਛੇ ਬਹੁਤ ਘੱਟ ਹੈ, ਮੈਂ ਜ਼ਿਆਦਾ ਸਮਾਂ ਨਹੀਂ ਦੇ ਪਾਉਂਗਾ। ਹਾਂ ਠੀਕ ਹੈ, ਤੁਸੀਂ ਕੰਪਲੀਟ ਕਰ ਲਓ ਪਲੀਜ਼, ਆਪਣੀ ਗੱਲ ਰੱਖੋ। ਸਵਾਲ ਇੰਨਾ ਹੈਗਾ, ਆਮ ਆਦਮੀ ਪਾਰਟੀ ਦੀ ਇਹ ਆਦਤ ਹੈਗੀ ਹੈ ਕਿ ਮੈਂ ਨਾ ਸੰਵਿਧਾਨ ਨਾਲ ਚੱਲਣਾ, ਨਾ ਕਾਨੂੰਨ ਨਾਲ ਚੱਲਣਾ, ਮੈਂ ਸਿਰਫ ਆਪਣੀ ਚਲਾਣੀ ਹੈ ਜੋ ਅਰਵਿੰਦ ਕੇਜਰੀਵਾਲ ਕਹੇਗਾ। ਮੈਨੂੰ ਇੱਕ ਚੀਜ਼ ਦੱਸੋ, ਜੇ ਗਵਰਨਰ ਨੇ ਕੋਈ ਇਨਫੋਰਮੇਸ਼ਨ ਮੰਗੀ ਤੁਹਾਨੂੰ ਦੇਣ 'ਚ ਕੀ ਤਕਲੀਫ ਹੈ? ਕਿਉਂ? ਭ੍ਰਿਸ਼ਟਾਚਾਰ ਨਹੀਂ, ਇਨਫੋਰਮੇਸ਼ਨ ਨਹੀਂ ਦਿੱਤੀ ਤਾਂ ਸੈਸ਼ਨ ਨਹੀਂ, ਇੱਕ ਸੈਕਿੰਡ ਸਰ, ਕਿਹੜੇ ਨਹੀਂ that is a separate issue। ਇਨਫੋਰਮੇਸ਼ਨ ਨਹੀਂ ਦਿੱਤੀ, ਇਸ ਕਰਕੇ ਸੈਸ਼ਨ ਵੈਲਿਡ ਨਹੀਂ ਹੈ। ਸੈਪਰੇਟ ਇਸ਼ੂ, ਔਰ ਜਿਹੜਾ ਸੈਸ਼ਨ ਬੁਲਾਣਾ ਉਹ ਇੱਕ ਸੈਪਰੇਟ ਇਸ਼ੂ ਹੈ। ਸੈਸ਼ਨ ਤਾਂ ਮੈਂ ਦੱਸ ਰਿਹਾ ਇਸ ਕਰਕੇ ਅਨਕਨਸਟੀਟਿਊਸ਼ਨਲ ਹੈ ਕਿ ਬੁਲਾਣ, ਜੇ ਪੁਰਾਣਾ ਇਹ ਅੱਗੇ ਵਧਾ ਨਹੀਂ ਸਕਦੇ ਸੀਗੇ, ਦੈਟ ਵਾਸ ਆਲਰੇਡੀ ਖਤਮ ਹੋ ਚੁੱਕਾ ਸੀਗਾ, ਨਵਾਂ ਬੁਲਾਣਾ ਸੀ ਤੇ ਗਵਰਨਰ ਕੋਲ ਸੈਸ਼ਨ ਪੈਣੀ ਸੀ। ਸਮਾਂ ਬਹੁਤ ਘੱਟ ਹੈ ਸਰ, ਮੈਂ ਸਾਰਿਆਂ ਤੋਂ ਇੱਕ ਰਿਐਕਸ਼ਨ ਜ਼ਰੂਰ ਲੈਣਾ ਤਰੀਕੇ ਨਾਲ ਸੀ, ਪਰ ਫਿਰ ਵੀ ਬਹੁਤ ਜਿਹੜੀਆਂ ਪੁਆਇੰਟਸ ਨੇ ਉਹ ਲੋਕਾਂ ਤੱਕ ਪਹੁੰਚੇ ਨੇ। ਹੁਣ ਗੱਲ ਇਹੀ ਹੈ ਕਿ ਸਰਕਾਰ ਦੇ ਕੋਲ ਅੱਗੇ ਬਦਲ ਕੀ ਬਚਦੇ ਨੇ, ਕਾਨੂੰਨ ਵਾਲਾ, ਅਦਾਲਤ ਵਾਲਾ ਬਦਲ ਤਾਂ ਹਮੇਸ਼ਾ ਲਾਜ਼ਮੀ ਤੌਰ ਤੇ ਖੁੱਲ੍ਹਾ ਹੀ ਰਹਿੰਦਾ ਹੈ। ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਵਿੱਚ, ਚਰਚਾ ਦੇ ਵਿੱਚ।